ਸਮੂਹ ਹਾਜ਼ਰੀਨ ਬੈਠਕ ਦੇ ਵਿੱਚ ਜੋ ਆਪਣਾ ਕੀਮਤੀ ਸਮਾਂ ਕੱਢ ਕੇ ਆਏ ਹੋ, ਸਾਰਿਆਂ ਨੂੰ ਬਹੁਤ ਪਿਆਰ ਸਤਿਕਾਰ ਦੇ ਨਾਲ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪਾਂ ਜਪ ਬਾਣੀ ਦੇ ਪਹਿਲੇ 3 ਪਦੇ ਵਿਚਾਰ ਚੁੱਕੇ ਹਾਂ। ਚੌਥਾ ਪਦਾ ਆਪਾਂ ਅੱਜ ਵਿਚਾਰਨਾ ਹੈ। ਸਾਚਾ ਸਾਹਿਬ ਸਾਚ ਨਾਏ, ਭਾਖਿਆ ਭਾਉ ਅਪਾਰ। ਆਖੇ ਮੰਗੇ ਦੇ ਦੇ, ਦਾਤ ਕਰੇ ਦਾਤਾਰ। ਫੇਰ ਇੱਕ ਅੱਗੇ ਰੱਖੀਐ, ਜਿਤ ਦਿਸੈ ਦਰਬਾਰ। ਮੋਹ ਕੇ ਬੋਲਣ ਬੋਲੀਐ, ਜਿਤ ਸੁਣ ਧਰੇ ਪਿਆਰ। ਅੰਮ੍ਰਿਤ ਵੇਲਾ ਸੱਚ ਨਾਉ, ਵਡਿਆਈ ਵਿਚਾਰ। ਕਰਮੀ ਆਵੇ ਕੱਪੜਾ, ਨਦਰੀ ਮੂਖ ਦੁਆਰ। ਨਾਨਕ ਇਵੇਂ ਜਾਣੀਐ, ਸਭ ਆਪੇ ਸਚਿਆਰ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਅੱਜ ਆਪਾਂ ਬਾਣੀ ਦਾ ਇਹ ਪਦਾ ਵਿਚਾਰਨਾ ਹੈ। ਬਿਰਤੀਆਂ ਇਕਾਗਰ ਚਿੱਤ ਕਰਕੇ ਰੱਖਣੀਆਂ, ਕਿਉਂਕਿ ਮੈਂ ਪਿਛਲੀ ਵਾਰ ਵੀ ਬੇਨਤੀ ਕਰ ਦਿੱਤੀ ਸੀ ਬਈ ਬਾਣੀ ਪੜ੍ਹਨੀ ਵੱਖਰੀ ਗੱਲ ਹੈ, ਬਾਣੀ ਦੇ ਪਾਠ ਕਰਨੇ ਵੱਖਰੀ ਗੱਲ ਹੈ, ਲੇਕਿਨ ਬਾਣੀ ਨੂੰ ਅਮਲ 'ਚ ਲੈ ਕੇ ਆਉਣਾ, ਸਰੀਰਕ ਰੂਪ ਦੇ ਵਿੱਚ ਵੀ ਮਾਨਸਿਕ ਰੂਪ ਦੇ ਵਿੱਚ ਵੀ, ਇਹ ਬਹੁਤ ਗਹਿਰਾ ਵਿਸ਼ਾ ਹੈ। ਪਰ ਜੇ ਕਿਤੇ ਅਭਿਆਸੀ ਇਸ ਗੁਰਬਾਣੀ ਨੂੰ ਅਮਲ 'ਚ ਲੈਵੇ, ਆਪਣੇ ਜੀਵਨ 'ਚ ਢਾਲ ਲਵੇ, ਪ੍ਰੈਕਟੀਕਲ ਰੂਪ ਦੇ ਵਿੱਚ ਆ ਜੇ, ਜੋ ਗੁਰਬਾਣੀ ਹੁਕਮ ਚਾੜਦੀ ਹੈ ਉਹ ਮੰਨ ਲਏ ਔਰ ਉਹਦੇ ਅਨੁਸਾਰ ਆਪਣਾ ਜੀਵਨ ਜੀਵੀਏ, ਤੇ ਖੇਡ ਵੱਖਰੀ ਬਣਨੀ ਹੈ। ਸੈਂਕੜੇ ਸਾਲਾਂ ਤੋਂ ਗੁਰਬਾਣੀ ਦੇ ਪਾਠ ਹੋ ਰਹੇ ਨੇ, ਗੁਰਬਾਣੀ ਦੀ ਪੂਜਾ ਹੋ ਰਹੀ ਹੈ, ਕਰਮਕਾਂਡ ਵੀ ਕਰੀ ਜਾ ਰਹੇ ਹਾਂ ਅਸੀਂ, ਔਰ ਐਨਾਲਿਸਿਸ ਕਰਕੇ ਦੇਖੋ ਕਿ ਅੱਜ ਅਸੀਂ ਕਿੱਥੇ ਆ ਕੇ ਖੜ੍ਹ ਗਏ ਹਾਂ, ਕਿੱਥੇ ਆ ਕੇ ਖੜ੍ਹ ਗਏ ਹਾਂ ਅਸੀਂ। ਸੋ ਇਹੀ ਵਿਚਾਰ ਆਪਾਂ ਕਰਨੀ ਹੈ ਸਾਰਿਆਂ ਨੇ ਰਲ ਕੇ। ਕਿ ਗੁਰਬਾਣੀ ਨੂੰ ਪੜ੍ਹੀ ਜਾਣਾ ਹੈ ਜਾਂ ਉਹਨੂੰ ਅਮਲ 'ਚ ਲੈ ਕੇ ਆਉਣਾ ਹੈ। ਪਹਿਲੇ 3 ਪਦੇ ਅਸੀਂ ਵਿਚਾਰ ਲਏ ਨੇ। ਚੌਥਾ ਪਦਾ ਅੱਜ ਪੜ੍ਹ ਕੇ ਸੁਣਾ ਦਿੱਤਾ ਹੈ, ਜਿਹਦੀ ਆਪਾਂ ਹੁਣ ਵਿਚਾਰ ਆਰੰਭ ਕਰਨੀ ਹੈ। ਸਾਚਾ ਸਾਹਿਬ ਸਾਚ ਨਾਏ, ਭਾਖਿਆ ਭਾਉ ਅਪਾਰ। ਇਸ ਗੱਲ ਨੂੰ ਸਿਮਰਤਪਾਲ ਸਿੰਘ ਜੀ ਸ਼ਾਇਦ ਰਿਕਾਰਡਿੰਗ
ਬੰਦ ਹੋ ਗਈ ਹੈ, ਇਹਨੂੰ ਕਿਰਪਾ ਕਰਕੇ ਚਲਾਓ। ਮੈਂ ਆਪਣੇ ਤੌਰ 'ਤੇ ਇੱਥੇ ਰਿਕਾਰਡਿੰਗ ਕਰ ਰਿਹਾ, ਪਰ ਇੱਕ ਬਾਈ ਚਾਂਸ ਕੋਈ ਖਰਾਬੀ ਆ ਸਕਦੀ ਹੈ, ਅਤੇ ਤੁਸੀਂ ਵੀ ਇਸ ਨੂੰ ਇਸ ਦੀ ਰਿਕਾਰਡਿੰਗ ਆਰੰਭ ਕਰੋ। ਚਲੋ ਖੈਰ, ਸਾਚਾ ਸਾਹਿਬ ਸਾਚ ਨਾਏ ਭਾਖਿਆ ਭਾਉ ਅਪਾਰ। ਇਹ ਅਸੀਂ ਜਾਣਦੇ ਹਾਂ ਕਿ ਅਕਾਲ ਪੁਰਖ ਸਦਾ ਥਿਰ ਰਹਿਣ ਵਾਲਾ ਹੈ। ਉਸ ਦਾ ਨਿਯਮ ਅਟੱਲ ਹੈ, ਉਹ ਬੇਅੰਤ ਹੈ, ਉਸ ਦੀ ਬੋਲੀ ਪ੍ਰੇਮ ਹੈ। ਫਿਰ ਕੀ ਕਰੀਏ? ਇਹ ਤੇ ਉਹਦੀ ਕੁਆਲਿਟੀ ਹੈ ਨਾ। ਅਸੀਂ ਕੀ ਕਰੀਏ ਫਿਰ? ਸਾਚਾ ਲਫ਼ਜ਼ ਜਿੱਥੇ ਵੀ ਕਿਤੇ ਆ ਜਾਵੇ, ਉਹ ਹੈ ਹੀ ਸਦਾ ਥਿਰ ਰਹਿਣ ਵਾਲੇ ਵਾਸਤੇ ਹੈ। ਸਦਾ ਥਿਰ ਕੌਣ ਹੈ? ਪਰਮਾਤਮਾ, ਅਕਾਲ ਪੁਰਖ, ਸਾਚਾ। ਸੋ ਸਾਚਾ ਲਫ਼ਜ਼ ਜਿੱਥੇ ਕਿਤੇ ਆਉਂਦਾ ਹੈ, ਉਹ ਕੇਵਲ ਤੇ ਕੇਵਲ ਪਰਮਾਤਮਾ ਵਾਸਤੇ ਹੈ। ਸਾਚ ਨਾਏ, ਕਿਉਂ? ਜਿਹੜਾ ਸਦਾ ਰਹਿਣ ਵਾਲਾ ਅਕਾਲ ਪੁਰਖ ਹੈ, ਉਹ ਸੱਤੇ ਹੈ। ਕਿਉਂ ਸੱਤੇ ਹੈ? ਕਿਉਂਕਿ ਉਸ ਦੀ ਨਾਮ ਪਦਾਰਥ ਦੀ ਅਵਸਥਾ ਵੀ ਸੱਤੇ ਹੈ। ਇਸੇ ਕਰਕੇ ਸੱਤੇ ਨਾਮ ਹੈ। ਸੱਤੇ ਨਾਮ ਇਸੇ ਕਰਕੇ ਕਿਹਾ ਕਿ ਇਹ ਜਿਹੜੀ ਅਵਸਥਾ ਬਣਨੀ ਹੈ, ਅਸੀਂ ਕੋਸ਼ਿਸ਼ ਕਰਦੇ ਆ ਰਹੇ ਹਾਂ ਬੜੇ ਲੇਮੈਨ ਤਰੀਕੇ ਦੇ ਨਾਲ ਗੁਰਬਾਣੀ ਨੂੰ ਖੋਲ ਰਹੇ ਹਾਂ। ਕੱਲਾ ਕੱਲਾ ਅੱਖਰ ਜਿਸ ਤੋਂ ਅਸੀਂ ਆਪਣੇ ਨਿੱਜੀ ਕਾਰਨਾਂ ਕਰਕੇ ਜਾਂ ਪ੍ਰਬੰਧ ਕਰਕੇ ਅਸੀਂ ਵਾਂਝੇ ਰਹਿ ਗਏ ਹਾਂ ਉਹਨਾਂ ਨੂੰ ਜਾਣਨ ਤੋਂ। ਸੋ ਕੋਸ਼ਿਸ਼ ਕਰਨੀ ਹੈ ਕਿ ਕੱਲੇ ਕੱਲੇ ਅੱਖਰ ਦੀ ਵਿਚਾਰ ਜਦੋਂ ਬਾਣੀ ਪੜ੍ਹੀਏ ਤੇ ਉਹ ਵਿਚਾਰ ਸਾਡੇ ਸਾਹਮਣੇ ਆ ਜਾਏ। ਹੁਣ ਵਿਚਾਰ ਦਿੱਤੀ, ਅਕਾਲ ਪੁਰਖ ਸਦਾ ਥਿਰ ਰਹਿਣ ਵਾਲਾ ਹੈ, ਉਹਦਾ ਨਿਯਮ ਵੀ ਅਟੱਲ ਹੈ, ਉਹਦੀ ਬੋਲੀ ਪ੍ਰੇਮ ਹੈ, ਤੇ ਉਹ ਆਪ ਅਕਾਲ ਪੁਰਖ ਬੇਅੰਤ ਹੈ। ਫਿਰ ਅਸੀਂ ਕੀ ਕਰੀਏ? ਸਾਡਾ ਕੀ ਫਰਜ਼ ਹੈ? ਅਸੀਂ ਉਹਨੂੰ ਦੇਖ ਨਹੀਂ ਸਕਦੇ, ਅਸੀਂ ਉਹਨੂੰ ਮਹਿਸੂਸ ਨਹੀਂ ਕਰ ਸਕਦੇ। ਫਿਰ ਕੀ ਅਸੀਂ ਪਾਠ ਹੀ ਪਾਠ ਕਰੀ ਜਾਈਏ? ਕਿੱਦਾਂ ਸਾਡੀ ਇਹ ਅਵਸਥਾ ਆਏਗੀ? ਇਹ ਜੋ ਅਕਾਲ ਪੁਰਖ ਦੇ ਗੁਣ ਨੇ, ਕਰੈਕਟਰਿਸਟਿਕਸ ਨੇ, ਜਿਨ੍ਹਾਂ ਨੂੰ ਆਰੰਭ ਦੇ ਵਿੱਚ ਅਸੀਂ ਨਿਖੇੜ ਕੇ ਆਏ ਹਾਂ, ਇੱਕ ਉਹ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦ। ਹੁਣ ਸਾਚਾ ਸਾਹਿਬ ਇਹ ਹੈ ਹੀ ਲਫ਼ਜ਼ ਪਰਮਾਤਮਾ ਵਾਸਤੇ ਹੈ। ਸਾਚ ਨਾਏ ਭਾਖਿਆ ਭਾਉ ਅਪਾਰ। ਹੁਣ ਸਭ ਤੋਂ ਪਹਿਲਾਂ ਸਾਨੂੰ ਆਪਣੀ ਸੁਰਤ ਸੰਭਾਲਣੀ ਪੈਣੀ ਹੈ, ਜਿਹੜੀ ਇੱਧਰ ਉੱਧਰ ਭਟਕ ਰਹੀ ਹੈ, ਵਿਚਾਰਾਂ ਦੇ ਵਿੱਚ ਖੱਚ ਹੋਈ ਪਈ ਹੈ, ਔਰ ਉਹ ਵਿਚਾਰਾਂ ਦੇ ਕਾਰਨ ਕਰਕੇ ਹੀ ਉਹਨੂੰ ਇੱਕ ਪਰਮਾਤਮਾ ਦਾ ਪਤਾ ਨਹੀਂ ਲੱਗਦਾ। ਸਭ ਤੋਂ ਪਹਿਲਾਂ ਸੁਰਤ ਸੰਭਾਲਣੀ ਪੈਣੀ, ਉਹਦੇ ਵਾਸਤੇ ਜ਼ਰੂਰੀ ਹੈ ਗਿਆਨ।
ਗਿਆਨ ਸਾਨੂੰ ਨਾਮ ਦੀ ਮਹਿਮਾ ਬਾਰੇ ਦੱਸੇਗਾ, ਕਿਸ ਤਰ੍ਹਾਂ ਜਪਣਾ ਹੈ, ਕਦੋਂ ਜਪਣਾ ਹੈ, ਕਿਵੇਂ ਜਪਣਾ ਹੈ। ਫਿਰ ਅਸੀਂ ਮਾਇਆ ਤੋਂ ਡਿਟੈਚ ਹੋਵਾਂਗੇ, ਮਾਇਆ ਤੋਂ ਅਲੱਗ ਹੋਵਾਂਗੇ। ਫਿਰ ਅਸੀਂ ਚੌਥੇ ਪਦ ਦੀ ਅਵਸਥਾ ਦਾ ਆਨੰਦ ਮਾਣਾਂਗੇ, ਜਿਹਨੂੰ ਕਰਮ ਖੰਡ ਵੀ ਲਿਖਿਆ, ਤੁਰੀਆ ਅਵਸਥਾ ਵੀ ਲਿਖਿਆ, ਦਸਮ ਦੁਆਰ ਵੀ ਲਿਖਿਆ। ਇਹ ਸਭ ਇੱਕੋ ਡਿਪਾਰਟਮੈਂਟ ਹੈ, ਕੋਈ ਵੱਖਰੀਆਂ ਚੀਜ਼ਾਂ ਨਹੀਂ ਹੈ। ਇਹ ਸਭ ਇੱਕੋ ਮੀਨਿੰਗ ਹੈ ਇਹਨਾਂ ਚੀਜ਼ਾਂ ਦਾ। ਸੋ ਜਿਹੜਾ ਇਹ ਐਟਮੋਸਫੀਅਰ ਹੈ, ਕਰਮਖੰਡ, ਤੁਰੀਆ ਅਵਸਥਾ, ਦਸਮ ਦੁਆਰ, ਚੌਥਾ ਪਦ, this atmosphere is ever existing. ਸਾਚਾ ਸਾਹਿਬ ਹੈ, ਪਰਮਾਤਮਾ ਹੈ। ਉਹਨੂੰ ਮਾਣਿਆ ਜਾ ਸਕਦਾ, ਉਹਨੂੰ ਮਹਿਸੂਸ ਕੀਤਾ ਜਾ ਸਕਦਾ, ਉਹਦੇ ਵਿੱਚ ਸਮਾਇਆ ਜਾ ਸਕਦਾ। ਕਿਵੇਂ? ਸਾਚ ਨਾਏ, ਇੱਕੋ ਇੱਕ ਨਾਮ ਦੇ ਜ਼ਰੀਏ। ਨਾਮ ਨੂੰ ਕੀ ਕਰੀਏ? ਭਾਖਿਆ। ਭਾਖਿਆ ਦਾ ਮਤਲਬ ਹੁੰਦਾ ਬੋਲਣਾ, ਕਹਿਣਾ। ਭਾਉ ਅਪਾਰ, ਮਤਲਬ ਪ੍ਰੇਮ ਦੇ ਵਿੱਚ ਭਿੱਜ ਕੇ ਉਸ ਅਪਾਰ ਅਕਾਲ ਪੁਰਖ ਦੀ ਬੰਦਗੀ ਸੱਚ ਨਾਉ ਨਾਲ ਹੀ ਹੋ ਸਕਦੀ ਹੈ, ਹੋਰ ਕੋਈ ਵਿਧੀ ਨਹੀਂ ਹੈ। ਇਸੇ ਕਰਕੇ ਹੈ ਇੱਕੋ ਹੁਕਮ, ਇੱਕੋ ਹੁਕਮ ਹੈ ਨਾਮ ਜਪਣ ਦਾ। ਸਾਚਾ ਸਾਹਿਬ ਸਾਚ ਨਾਏ, ਭਾਖਿਆ ਭਾਉ ਅਪਾਰ। ਮਹੱਲੇ ਪਹਿਲੇ ਦਾ ਇੱਕ ਸ਼ਬਦ ਹੈ, ਕਹਿੰਦੇ ਆਖਾਂ ਜੀਵਾਂ ਵਿਸਰੈ ਮਰ ਜਾਓ। ਦੇਖਿਆ ਕਿੱਡੀ ਅਵਸਥਾ ਹੈ। ਕਹਿੰਦੇ ਜਿਸ ਵੇਲੇ ਮੈਨੂੰ ਅਕਾਲ ਪੁਰਖ ਦਾ ਨਾਮ ਵਿਸਰਦਾ ਹੈ ਤੇ ਮੇਰੀ ਆਤਮਿਕ ਮੌਤ ਹੋ ਜਾਂਦੀ ਹੈ, ਮੈਂ ਅਵਸਥਾ ਕਰਕੇ ਮਰ ਜੰਨਾ। ਕਿਉਂ? ਮੈਂ ਇਸ ਤੋਂ ਬਿਨਾਂ ਰਹਿ ਨਹੀਂ ਸਕਦਾ। ਆਖਾਂ ਜੀਵਾਂ, ਜੇ ਮੈਂ ਨਾਮ ਨੂੰ ਕਹਿਣਾ ਹਾਂ ਤੇ ਮੈਂ ਜਿਉਂਦਾ ਹਾਂ। ਆਸਾ ਮਹੱਲਾ ਪਹਿਲਾ, ਪੋਥੀ ਪੰਨਾ 9 ਤੇ ਇਹ ਸ਼ਬਦ ਹੈ, ਔਰ ਆਪਾਂ ਇਹ ਸ਼ਬਦ ਰੋਜ਼ ਪੜ੍ਹਦੇ ਹਾਂ। ਆਖਾਂ ਜੀਵਾਂ ਵਿਸਰੈ ਮਰ ਜਾਉ, ਆਖਣ ਔਖਾ ਸਾਚਾ ਨਾਉ। ਪਰ ਇਹ ਬੜਾ ਮੁਸ਼ਕਿਲ ਕੰਮ ਹੈ। It is so difficult to chant the true name. ਇਹ ਸਾਨੂੰ ਪਤਾ ਵੀ ਹੈ, ਪਰ ਫਿਰ ਵੀ ਇਹ ਔਖਾ ਕੰਮ ਹੈ। ਕਿਉਂ? ਮਨ ਨੇ ਜਪਣ ਨਹੀਂ ਦੇਣਾ, ਕਿਉਂਕਿ ਮਨ ਦੀ ਡਿਊਟੀ ਹੈ ਹੀ ਇਸ ਜਨਮ ਦੇ ਵਿੱਚ ਨਾਮ ਜਪਣ ਦੀ ਹੈ, ਔਰ ਉਹਨੇ ਇਸ ਡਿਊਟੀ ਤੋਂ ਕੁਤਾਹੀ ਕਰਨੀ ਹੀ ਕਰਨੀ ਹੈ। ਸਾਚੇ ਨਾਮ ਕੀ ਲਾਗੈ ਭੂਖ, ਉਤ ਭੁਖੈ ਖਾਏ ਚੱਲੀਐ ਦੁਖ। ਹੁਣ ਜਿਹਦੇ ਅੰਦਰ ਨਾਮ ਜਪਣ ਦੀ ਤਾਂਘ ਪੈਦਾ ਹੋ ਜੇ, ਭੁੱਖ ਪੈਦਾ ਹੋ ਜੇ, ਉਸ ਦੇ ਕਾਰਨ ਹੀ ਉਹ ਨਾਮ ਭੋਜਨ ਛਕਦਾ ਹੈ ਤੇ ਉਹਦੇ ਜਿਹੜੇ ਜੀਵਨ ਦੇ ਦੁੱਖ ਨੇ, ਜਨਮ ਮਰਨ ਦਾ ਦੁੱਖ, ਪਰਮਾਤਮਾ ਤੋਂ ਵਿਛੋੜੇ ਦਾ ਦੁੱਖ, ਉਹ ਦੂਰ ਹੁੰਦੇ ਨੇ। ਇੰਨੀ ਮਹਿਮਾ ਨਾਮ ਦੀ, ਇੰਨਾ ਜ਼ਰੂਰੀ ਹੈ ਨਾਮ ਜਪਣਾ। ਅੱਗੇ ਕਹਿੰਦੇ ਸੋ ਕਿਉਂ ਵਿਸਰੈ ਮੇਰੀ ਮਾਏ, ਸਾਚਾ ਸਾਹਿਬ ਸਾਚੈ ਨਾਏ। ਇਹ ਕਲੀਅਰ ਹੋ ਗਿਆ
ਇਹ ਕਲੀਅਰ ਹੋ ਗਿਆ ਮੀਨਿੰਗ। ਹੁਣ ਤੁਕ ਨੂੰ ਪੜੋ, ਸਾਚਾ ਸਾਹਿਬ ਸਾਚ ਨਾਏ ਭਾਖਿਆ ਭਾਓ ਅਪਾਰ। ਇਹਨੂੰ ਇੰਨਾ ਕਹਿ ਕੇ ਨਾ ਟਾਲ ਦਿਓ ਕਿ ਉਹਦਾ ਨਿਯਮ ਟਲ ਹੈ, ਉਹਦੀ ਬੋਲੀ ਪ੍ਰੇਮ ਹੈ, ਉਹ ਅਕਾਲ ਪੁਰਖ ਬੇਅੰਤ ਹੈ। ਕਮਾਲ ਹੈ ਭਾਈ। ਉਹ ਜੇ ਕਰਨ ਲੱਗੇ ਹੀ ਉਹ, ਤੇ ਉਹਦੇ ਨਾਲ ਪੂਰਾ ਨਿਆਂ ਕਰੋ। ਸਾਚਾ ਸਾਹਿਬ, ਉਹਨੂੰ ਕਿੱਦਾਂ ਪਾਇਆ ਜਾ ਸਕਦਾ, ਕਿੱਦਾਂ ਉਹਨੂੰ ਮਹਿਸੂਸ ਕੀਤਾ ਜਾ ਸਕਦਾ? ਸਾਚ ਨਾਏ, ਨਾਮ ਅਭਿਆਸ ਦੇ ਨਾਲ, ਨਾਮ ਜਪ ਕੇ ਹੀ। ਭਾਖਿਆ ਭਾਓ ਅਪਾਰ, ਬੋਲ ਬੋਲ ਕੇ। ਭਾਖਿਆ ਉਸ ਅਪਾਰ ਬੇਅੰਤ ਪ੍ਰਭੂ ਦੀ ਰਸਨਾ ਨਾਲ ਪ੍ਰੇਮਾ ਭਗਤੀ ਕਰਨੀ। ਬੋਲਣਾ, ਭਾਖਣਾ, ਉਹ ਆਮ ਬੋਲੀ ਹੈ ਪਿੰਡਾਂ 'ਚ, ਆਮ ਬੋਲੀ ਆ। ਉਹ ਚੰਗੀ ਭਾਖਿਆ ਬੋਲਿਆ ਕਰ। ਕੋਈ ਕਿਸੇ ਨੂੰ ਮਾੜੇ ਲਫ਼ਜ਼ ਕਹਿ ਦਿੰਦਾ ਜਾਂ ਕੋਈ ਨਿੰਦਿਆ ਕਰਦਾ, ਬਜ਼ੁਰਗ ਉਸ ਵੇਲੇ ਕਹਿੰਦੇ ਉਹ ਚੰਗੀ ਭਾਖਿਆ ਮੂੰਹੋਂ ਕੱਢਿਆ ਕਰੋ। ਇਹ ਸਾਡੇ ਅੱਖਰ ਨੇ, ਸਾਡੀ ਬੋਲੀ ਹੈ। ਔਰ ਮੈਂ ਪਿਛਲੀ ਵਾਰੀ ਵੀ ਬੇਨਤੀ ਕੀਤੀ ਸੀ, ਸ਼ਰਮ ਦੀ ਗੱਲ ਹੈ ਸਾਡੇ ਵਾਸਤੇ ਵੀ ਅਸੀਂ ਆਪਣੇ ਬੱਚੇ ਪੰਜਾਬੀ ਪੜ੍ਹਨ ਸਕੂਲੇ ਭੇਜੀਏ, ਗੁਰਦੁਆਰਿਆਂ 'ਚ ਭੇਜੀਏ, ਜਿਹੜੇ ਸੋ ਕਾਲਡ ਸਕੂਲ ਚੱਲਦੇ ਆ। ਸਾਡੀ ਆਪਣੀ ਬੋਲੀ, ਅਸੀਂ ਆਪਣੀ ਬੋਲੀ ਆਪਣੇ ਬੱਚਿਆਂ ਨੂੰ ਨਹੀਂ ਸਿਖਾ ਸਕਦੇ। ਠੀਕ ਹੈ, ਮੁਬਾਰਕ ਕੰਮ ਹੈ, ਹੋਣਾ ਚਾਹੀਦਾ ਹੈ, ਲੇਕਿਨ ਇੰਨਾ ਜ਼ਿਆਦਾ ਲੈਵਲ ਅਸੀਂ ਖੁਦ ਬੱਚਿਆਂ ਨੂੰ ਪੜ੍ਹਾਇਆ, ਗੁਰਦੁਆਰਿਆਂ 'ਚ ਸੇਵਾ ਕਰਕੇ ਪੰਜਾਬੀ ਪੜ੍ਹਾਉਣ ਦੀ ਕੋਸ਼ਿਸ਼ ਕੀਤੀ ਹੈ। ਬੱਚਿਆਂ ਨੂੰ ਇੱਕ ਅੱਖਰ ਤੱਕ ਨਹੀਂ ਆਉਂਦਾ ਪੰਜਾਬੀ ਦਾ। ਇੱਕ ਛੋਟੀ ਜਿਹੀ 4 ਲਾਈਨਾਂ ਦੀ ਅਰਜੀ ਨਹੀਂ ਲਿਖ ਸਕਦੇ। ਇੱਕ ਉਹਨਾਂ ਨੂੰ ਕਹੀਏ ਨਾ ਵੀ ਛੋਟੀ ਜਿਹੀ ਕੋਈ ਚਿੱਠੀ ਲਿਖ ਕੇ ਦਿਖਾ ਦਿਓ, ਉਹ ਪੰਜਾਬੀ 'ਚ ਨਹੀਂ ਲਿਖ ਸਕਦੇ। ਆਹ ਹਾਲ ਹੈ ਸਾਡਾ। ਗੁਰਬਾਣੀ ਦੇ ਨੇੜੇ ਕਿੱਦਾਂ ਜਾਣਾ ਅਸੀਂ? ਸਾਚਾ ਸਾਹਿਬ ਸਾਚ ਨਾਏ ਭਾਖਿਆ ਭਾਓ ਅਪਾਰ। ਉਸ ਕਰਤੇ ਪੁਰਖ ਦੇ ਨਾਮ ਨੂੰ ਪ੍ਰੇਮ ਦੇ ਨਾਲ ਜਪਣਾ ਹੀ ਉਸ ਅਕਾਲ ਪੁਰਖ ਦੀ ਉਸਤਤ ਹੈ, ਭਗਤੀ ਹੈ। ਸੋ ਕਿਉਂ ਵਿਸਰੈ ਮੇਰੀ ਮਾਏ, ਸਾਚਾ ਸਾਹਿਬ ਸਾਚੈ ਨਾਏ। ਇਹ ਸ਼ਬਦ ਅਸੀਂ ਰੋਜ਼ ਪੜ੍ਹਦੇ ਹਾਂ, ਪੂਰਾ ਸ਼ਬਦ ਪੜ੍ਹਨਾ ਹੈ। ਜਿਹੜੇ ਖੋਜੀ ਜਨ ਨੇ, ਜਿਨ੍ਹਾਂ ਨੂੰ ਪ੍ਰੇਮ ਹੈ ਗੁਰਬਾਣੀ ਦੇ ਨਾਲ, ਉਹ ਇਹ ਸ਼ਬਦ ਨਾਲ ਇਹ ਜ਼ਰੂਰ ਪੜ੍ਹਿਓ। ਸਾਚੇ ਨਾਮ ਕੀ ਤਿਲ ਵਡਿਆਈ, ਆਖ ਥੱਕੇ ਕੀਮਤ ਨਹੀਂ ਪਾਈ। ਜੇ ਸਭ ਮਿਲ ਕੇ ਆਖਣ ਪਾਏ, ਵੱਡਾ ਨ ਹੋਵੇ ਘਾਟ ਨ ਜਾਏ। ਨਾ ਉਹ ਮਰੈ ਨਾ ਹੋਵੇ ਸੋਗ, ਦੇਂਦਾ ਰਹਿ ਨਾ ਚੁੱਕੈ ਭੋਗ। ਉਹ ਦਾਤਾਂ ਦੇ ਰਿਹਾ ਹੈ, ਉਹ ਲੰਗਰ ਵਰਤਾ ਰਿਹਾ ਦਾਤਾਂ ਦਾ, ਲਗਾਤਾਰ ਅਟੁੱਟ ਲੰਗਰ। ਆ ਗਈ ਨਾ ਗੱਲ? ਅਸੀਂ ਕੌਣ ਹੁੰਨੇ ਆ ਅਟੁੱਟ ਲੰਗਰ ਵਰਤਾਉਣ ਵਾਲੇ? ਜਦੋਂ ਅਕਾਲ ਪੁਰਖ ਹੀ ਅਟੁੱਟ ਲੰਗਰ ਵਰਤਾ ਸਕਦਾ। ਦਿੰਦਾ ਰਹਿ ਨਾ ਚੁੱਕੈ ਭੋਗ, ਗੁਣ ਇਹੋ ਹੋਰ ਨਾਹੀ ਕੋਏ। ਨਾ ਕੋ ਹੋਆ ਨਾ ਕੋ ਹੋਏ, ਜੇਵੜ ਆਪ ਤੇਵੜ ਤੇਰੀ ਦਾਤ। ਜਿਨ ਦਿਨ ਕਰਕੇ ਕੀਤੀ ਰਾਤ, ਖਸਮ ਵਿਸਾਰੇ ਤੇ ਕਮ ਜਾਤ। ਨਾਨਕ ਨਾਵੇਂ ਬਾਝ ਸਨਾਤ। ਜਿਹੜੇ ਐਸੇ ਅਕਾਲ ਪੁਰਖ ਨੂੰ ਭੁਲਾ ਦਿੰਦੇ ਨੇ, ਕਮਜਾਤ, ਬੜਾ ਨੀਵੇਂ ਪੱਧਰ ਦਾ ਜੀਵਨ ਹੈ ਉਹਨਾਂ ਦਾ। ਬਾਣੀ ਹੈ। ਨੀਵੇਂ ਪੱਧਰ ਦਾ ਜੀਵਨ ਉਹ ਜਿਉਂਦੇ ਆ ਜਿਹੜੇ ਕਮ ਜਾਤ ਕਹਿੰਦੇ, ਭੈੜੀ ਜਾਤ ਵਾਲੇ ਨੇ। ਅਸਲ 'ਚ ਉਹ ਭੈੜੀ ਜਾਤ ਹੈ ਉਹਨਾਂ ਦੀ, ਜਿਹੜੇ ਰੱਬ ਨੂੰ, ਪਰਮਾਤਮਾ ਨੂੰ ਭੁਲਾਈ ਬੈਠੇ ਆ। ਸਾਚਾ ਸਾਹਿਬ ਸਾਚ ਨਾਏ ਭਾਖਿਆ ਭਾਓ ਅਪਾਰ। ਰਸਨਾ ਦੇ ਨਾਲ ਨਾਮ ਜਪਣਾ ਪਏਗਾ, ਪ੍ਰੇਮਾ ਭਗਤੀ ਕਰਨੀ ਪਏਗੀ।
आओ जी अगे। आखें मंगे दे दे दात करे दातार। ਅਸੀਂ ਉਹ ਤੋਂ ਦਾਤਾਂ ਮੰਗਦੇ ਹਾਂ ਤੇ ਉਹ ਸਾਨੂੰ ਦਾਤਾਂ ਦੇ ਹੀ ਜਾ ਰਿਹਾ ਹੈ। ਬੰਦਾ ਆਪਣੇ ਮਤਲਬ ਵਾਸਤੇ ਦਾਤਾਂ ਲੈਣ ਵਾਸਤੇ ਭਗਤੀ ਕਰਦਾ। ਪਤਾ ਸਾਨੂੰ ਸਾਰਿਆਂ ਨੂੰ ਆਪਣਾ ਆਪਣਾ ਐਨਾਲਿਸਿਸ ਕਰਨਾ। ਅਸੀਂ ਜਿੱਦਾਂ ਮੈਂ ਬੇਨਤੀ ਕਰਦਾ ਹੁੰਨਾ, ਅਸੀਂ ਆਪਣੀ ਗਰਜ ਵਾਸਤੇ ਪ੍ਰਮਾਤਮਾ ਨੂੰ ਯਾਦ ਕਰਦੇ ਹਾਂ, ਉਹਦੀ ਭਗਤੀ ਕਰਦੇ ਹਾਂ। ਕਰਦੇ ਨਹੀਂ? ਨੌਕਰੀ ਮਿਲ ਜੂਗੀ, ਚੱਲ ਮੈਂ 40 ਪਾਠ ਕਰੂੰ ਸੁਖਮਨੀ ਸਾਹਿਬ ਦੇ। ਮੁੰਡਾ ਹੋ ਜੂ, ਚੱਲ ਗੁਰਦੁਆਰੇ ਖੰਡ ਪਾਠ ਕਰਾਊਂ। ਮੇਰਾ ਘਰ ਬਣ ਜੂ, ਮੈਂ ਕੋਠੇ ਦੀ ਚੱਠ ਕਰਾਊਂ, ਫੇਰ ਖੰਡ ਪਾਠ ਕਰਾਊਂ। ਇਹ ਮਤਲਬ ਵਾਸਤੇ ਹੀ ਹੈ। ਮਤਲਬ ਵਾਸਤੇ ਦਾਤਾ ਲੈਣ ਵਾਸਤੇ ਬੰਦਾ ਬੰਦਗੀ ਕਰਦਾ ਹੈ, ਪਰ ਦਾਤਾ ਇਹ ਪੂਰੀ ਵੀ ਕਰਦਾ ਹੈ ਮੰਗ। ਦਾਤਾ ਦਾਤ ਦਿੰਦਾ ਵੀ ਹੈ। ਹੁਣ ਦਾਤੇ ਨੇ ਦਾਤ ਦੇ ਦਿੱਤੀ ਹੈ, ਅਸੀਂ ਫੇਰ ਭੁੱਲ ਜਾਈਦਾ। ਅਸੀਂ ਅਰਦਾਸ ਕਰਕੇ, ਮੁੰਡੇ ਲੈ ਕੇ, ਨੌਕਰੀਆਂ ਲੈ ਕੇ, ਕਾਰੋਬਾਰ 'ਚ ਵਾਧੇ ਕਰਾ ਕੇ, ਚਲੋ ਅਰਦਾਸ ਸੁਣੀ ਗਈ, ਬੰਦੇ ਨੇ ਮਿਹਨਤ ਵੀ ਕੀਤੀ, ਪਰ ਲੇਕਿਨ ਅਸੀਂ ਉਸ ਅਕਾਲ ਪੁਰਖ ਨੂੰ ਫੇਰ ਭੁੱਲ ਜਾਂਦੇ ਹਾਂ। ਆਖੇ ਮੰਗੇ ਦੇ ਦੇ ਦਾਤ ਕਰੇ ਦਾਤਾਰ। ਅਸੀਂ ਉਹ ਤੋਂ ਦਾਤਾਂ ਦੀ ਮੰਗ ਕਰਦੇ ਹਾਂ, ਆਪਣੀ ਗਰਜ ਵਾਸਤੇ, ਆਪਣੇ ਮਤਲਬ ਵਾਸਤੇ। ਦਾਤਾ ਸਾਡੀ ਉਹ ਵੀ ਪੂਰੀ ਕਰ ਦਿੰਦਾ ਹੈ। ਹੁਣ ਫੇਰ ਕੇ ਅੱਗੇ ਰੱਖੀਐ ਜਿਤ ਦਿਸੈ ਦਰਬਾਰ। ਹੁਣ ਅਭਿਆਸੀ ਕੀ ਕਰੇ, ਕੀ ਕੰਮ ਕਰੇ ਕਿ ਉਹ ਇਲਾਹੀ ਦਰਬਾਰ ਦੇ ਦਰਸ਼ਨ ਹੋ ਜਾਣ। ਕੀ ਮੁੜ ਕੇ ਅੱਗੇ ਰੱਖੇ, ਫੇਰ ਕੇ ਅੱਗੇ ਰੱਖੀ ਹੈ। ਦਾਤੇ ਨੇ ਦਾਤ ਕਰ ਦਿੱਤੀ ਹੈ, ਹੁਣ ਅੱਗੇ ਉਹਦੇ ਕੀ ਰੱਖੀਏ। ਫੇਰ ਕੇ ਮਤਲਬ ਦੁਬਾਰਾ ਅਸੀਂ ਉਹਨੂੰ ਕੀ ਦਾਤ ਉਹਦੇ ਰੱਖੀਏ। ਫੇਰ ਕੇ ਅੱਗੇ ਰੱਖੀ ਹੈ ਜਿਤ ਦਿਸੈ ਦਰਬਾਰ। ਹੁਣ ਇਹ ਤਾਂਗ ਬੜੀ ਹੈ ਕਿ ਉਹ ਸਾਨੂੰ ਕਿਤੇ ਨਜ਼ਰ ਆਏ, ਉਹਦਾ ਜਿਹੜਾ ਦਰਬਾਰ ਹੈ, ਕਿਸ ਤਰ੍ਹਾਂ ਦਾ ਉੱਥੇ ਚੱਲਣ ਹੈ, ਕਿਸ ਤਰ੍ਹਾਂ ਦਾ ਉੱਥੇ ਐਟਮੋਸਫੀਅਰ ਹੈ, ਸਾਨੂੰ ਉਹ ਪਤਾ ਲੱਗੇ। ਮੋਹ ਕੇ ਬੋਲਣ ਬੋਲੀ ਹੈ ਜਿਤ ਸੁਣ ਧਰੇ ਪਿਆਰ। ਅਸੀਂ ਮੁਖੋਂ ਕੀ ਬੋਲੀਏ ਕਿ ਨਾਮ ਜਪਦਿਆਂ ਜਪਦਿਆਂ ਉਹ ਸਾਨੂੰ ਸੁਣਨਾ ਸ਼ੁਰੂ ਹੋ ਜਾਏ। ਪ੍ਰੇਮਾ ਭਗਤੀ ਦੇ ਵਿੱਚ ਭਗਤੀ ਹੁੰਦੀ ਹੁੰਦੀ ਪ੍ਰੇਮਾ ਭਗਤੀ ਬਣ ਜਾਏ, ਜੋ ਸੁਣਨ ਦੀ ਅਵਸਥਾ ਤੱਕ ਆਏ। ਦੇਖੋ ਇਹ ਦੋ ਲਾਈਨਾਂ ਦੇ ਵਿੱਚ ਦੋ ਕੁਐਸਚਨਸ ਨੇ। ਫੇਰ ਕੇ ਅੱਗੇ ਰੱਖੀ ਹੈ ਜਿਤ ਦਿਸੈ ਦਰਬਾਰ, ਇੱਕ ਉਹਦੇ ਦਰਬਾਰ ਦਾ ਦਿਸਣਾ ਹੋਏ। ਮੋਹ ਕੇ ਬੋਲਣ ਬੋਲੀ ਹੈ ਜਿਤ ਸੁਣ ਧਰੇ ਪਿਆਰ, ਇੱਕ ਉਹ ਅਕਾਲ ਪੁਰਖ ਸਾਨੂੰ ਪਿਆਰ ਵੀ ਕਰੇ। ਅਸੀਂ ਕਿਹੋ ਜਿਹੇ ਕੰਮ ਕਰੀਏ। ਮੁਖੋਂ ਕੀ ਬੋਲੀਏ।
ਅੱਗੇ ਬੜੀ ਹਾਈਲਾਈਟਡ ਚੀਜ਼ ਹੈ, ਬੜੀ ਹਾਈਲਾਈਟਡ ਚੀਜ਼ ਹੈ, ਬੜੀ ਬਰੀਕ ਚੀਜ਼ ਹੈ। ਅਸੀਂ ਕੋਸ਼ਿਸ਼ ਕਰਨੀ ਹੈ ਬੜੇ ਬੜੇ ਅਦਬ ਸਤਿਕਾਰ ਦੇ ਨਾਲ ਇਸ ਇਹਨਾਂ ਤੁਕਾਂ ਨੂੰ ਖੋਲ੍ਹਣ ਦੀ। ਦਾਤੇ ਨੇ ਦਾਤ ਕਰ ਦਿੱਤੀ ਹੈ, ਅਸੀਂ ਉਹਦਾ ਧੰਨਵਾਦ ਕਿਵੇਂ ਕਰੀਏ, ਫਿਰ ਕੇ ਅੱਗੇ ਰੱਖੀਏ, ਮੁੜ ਕੇ ਅਸੀਂ ਕੀ ਭੇਟਾ ਉਹਨੂੰ ਦਈਏ, ਕੀ ਉਹਦੇ ਅੱਗੇ ਰੱਖੀਏ। ਮੁਖੋਂ ਕੀ ਬੋਲੀਏ, ਜਿਤ ਸੁਣੇ ਧਰੇ ਪਿਆਰ। ਬੜੇ ਕਮਾਲ ਦੀ ਗੱਲ ਅੱਗੇ ਆਉਣ ਲੱਗੀ ਹੈ, ਕਹਿੰਦੇ ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ। ਅੰਮ੍ਰਿਤ ਵੇਲਾ ਸੱਚ ਨਾਉ, ਉਸ ਅਕਾਲ ਪੁਰਖ ਦੇ ਨਾਮ ਨੂੰ ਜਪਣਾ ਹੀ ਅੰਮ੍ਰਿਤ ਵੇਲਾ ਹੈ। ਇਹ ਯਾਦ ਰੱਖਿਓ, ਇੱਕਦਮ ਨਹੀਂ ਹੈ ਕਿ ਜਪਣਾ ਸ਼ੁਰੂ ਕਰ ਦਿੱਤਾ ਤੇ ਉਹ ਅੰਮ੍ਰਿਤ ਵੇਲਾ। ਇਹ ਹੌਲੀ ਹੌਲੀ ਬਣੇਗਾ ਜਦੋਂ ਅਕਾਲ ਪੁਰਖ ਨਾਲ ਪਿਆਰ, ਜਦੋਂ ਉਹ ਰਸਨਾ ਦੇ ਨਾਲ ਨਾਮ ਜਪਦਾ ਜਪਦਾ ਉਸ ਸ਼ਬਦ ਦੀ ਧੁਨੀ ਨੂੰ ਮੰਨਣਾ ਸ਼ੁਰੂ ਕਰੇਗਾ, ਸੁਣਨਾ ਸ਼ੁਰੂ ਕਰੇਗਾ, ਉਸ ਦੀਆਂ ਵਡਿਆਈਆਂ ਦੀ ਵਿਚਾਰ ਆਪ ਮੁਹਾਰੇ ਅਭਿਆਸੀ ਦੇ ਅੰਦਰ ਹੋਣੀ ਸ਼ੁਰੂ ਹੋ ਜਾਏਗੀ। ਆਪ ਮੁਹਾਰੇ। ਪਰ ਕਰਨਾ ਕੀ ਪਏਗਾ? ਕਿੱਦਾਂ ਇਹਨੂੰ ਅਸੀਂ ਕਿ ਸੇ ਨੇਤਰ ਪ੍ਰਵਾਨ ਜਿਨੀ ਦਰਸ਼ਨ ਪੇਖਾ, ਸੇ ਕਰ ਭਲੇ ਜਿਨੀ ਹਰ ਜਸ ਲੇਖਾ, ਸੇ ਚਰਨ ਸੁਹਾਵੇ ਜੋ ਹਰ ਮਾਰਗ ਚੱਲੇ, ਹੋਂ ਬਲ ਤਿੰਨ ਸੰਗ ਪਛਾਣਾ ਜੀਓ। ਸਫਲ ਸੁਬਾਣੀ ਜਿਤ ਨਾਮ ਵਖਾਣੀ, ਗੁਰ ਪ੍ਰਸਾਦ ਕਿਨੈ ਵਿਰਲੇ ਜਾਣੀ, ਧਨ ਸੋ ਵੇਲਾ ਜਿਤ ਹਰ ਗਾਵਤ ਸੁਨਣਾ, ਆਏ ਤੇ ਪਰਵਾਨਾ ਜੀਓ। ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ। ਉਸ ਗੁਰਮੰਤਰ ਦਾ ਜਪਣਾ, ਵਾਹਿਗੁਰੂ ਅੱਖਰ ਦਾ ਜਪਣਾ ਹੀ ਬੰਦਗੀ ਹੈ, ਅਕਾਲ ਪੁਰਖ ਦੇ ਨਾਮ ਦਾ ਜਪਣਾ ਹੀ ਬੰਦਗੀ ਹੈ। ਤੇ ਉਸ ਮੁਬਾਰਕ ਵੇਲੇ ਨੂੰ ਹੀ ਅੰਮ੍ਰਿਤ ਵੇਲਾ ਕਿਹਾ ਗਿਆ ਹੈ, ਜਦੋਂ ਜਪਦਿਆਂ ਜਪਦਿਆਂ ਅਵਸਥਾ ਉੱਚੀ ਹੋ ਜੇ, ਨਾਮ ਦ੍ਰਿੜ ਹੋ ਜੇ। ਨਾਨਕ ਨਾਮ ਮਿਲੇ ਤਾਂ ਜੀਵਾਂ। ਜਦੋਂ ਨਾਮ ਮਿਲ ਜਾਏ ਅੰਦਰ, ਜਦੋਂ ਉਹ ਅਵਸਥਾ ਨੂੰ ਅਭਿਆਸੀ ਪਹੁੰਚ ਜਾਏ, ਉਹ ਜੀਵਨ ਦਾ ਹਿੱਸਾ ਅੰਮ੍ਰਿਤ ਵੇਲਾ ਹੈ। ਟਾਈਮ ਅੰਮ੍ਰਿਤ ਵੇਲਾ ਨਹੀਂ ਹੈ। ਅਸੀਂ ਸ਼ਬਦ ਪੜ੍ਹ ਆਏ ਹਾਂ, ਪ੍ਰਭ ਬਾਣੀ ਸ਼ਬਦ ਸੁਭਾਖਿਆ, ਗਾਵੂੰ ਸੁਣੋ ਪੜ੍ਹੂੰ ਤਿੰਨ ਭਾਈ, ਗੁਰ ਪੂਰੇ ਤੂੰ ਰਾਖਿਆ। ਉਹਦੇ 'ਚ ਅਸੀਂ ਸਰਬ ਵੇਲਾ ਦਾ ਕਨਸੈਪਟ ਬੜੇ ਡਿਟੇਲ ਦੇ ਵਿੱਚ ਕਲੀਅਰ ਕੀਤਾ। ਸਰਬ ਵੇਲਾ ਅੰਮ੍ਰਿਤ ਵੇਲਾ ਜਿਹੜਾ ਹੈ ਉਹ ਅਵਸਥਾ ਹੈ ਉਸ ਲੈਵਲ ਦੀ, ਜਦੋਂ ਅਭਿਆਸੀ ਨਾਮ ਜਪ ਜਪ ਕੇ ਜਿਉਂ-ਜਿਉਂ ਰਾਮ ਕਹੇ ਜਨ ਉੱਚੇ, ਉਹਦੀ ਅਵਸਥਾ ਉੱਚੀ ਹੁੰਦੀ ਹੈ, ਉਹਨੂੰ ਨਾਮ ਦ੍ਰਿੜ ਹੁੰਦਾ ਹੈ, ਉਹਨੂੰ ਨਾਮ ਮਿਲਦਾ ਹੈ, ਤੇ ਜਪਦਿਆਂ ਜਪਦਿਆਂ ਉਹ ਉਸ ਵੇਲੇ ਤੱਕ ਪਹੁੰਚਦਾ ਹੈ ਜਦੋਂ ਉਹਨੂੰ ਨਾਮ ਦਾ ਸੁਣਨਾ ਸ਼ੁਰੂ ਹੋ ਜਾਂਦਾ ਹੈ। ਉਸ ਨੂੰ ਕਿਹਾ ਗਿਆ ਹੈ ਅੰਮ੍ਰਿਤ ਵੇਲਾ। ਸੱਚ ਨਾਉ
ਵਡਿਆਈ ਵਿਚਾਰ। ਇਸੇ ਕਰਕੇ ਕਿਹਾ ਧਨ ਸੋ ਵੇਲਾ ਜਿਤ ਹਰ ਗਾਵਤ ਸੁਨਣਾ ਆਏ ਤੇ ਪਰਵਾਨਾ। ਜੀਓ ਗਾਉਂਦਿਆਂ ਗਾਉਂਦਿਆਂ, ਬੋਲਦਿਆਂ ਬੋਲਦਿਆਂ, ਨਾਮ ਜਪਦਿਆਂ ਜਪਦਿਆਂ ਜਦੋਂ ਸੁਣਨਾ ਸ਼ੁਰੂ ਹੋ ਜਾਏ, ਉਹ ਹੈ ਧਨ ਸੋ ਵੇਲਾ ਜਿਤ ਹਰ ਗਾਵਤ ਸੁਨਣਾ। ਪਰ ਇਹ ਗੁਰਪ੍ਰਸਾਦ ਏ, ਕਿਨੈ ਵਿਰਲੇ ਜਾਣੀ। ਪਰ ਇਹੋ ਜੀ ਸੋਝੀ, ਇਹੋ ਜੀ ਅਵਸਥਾ ਕਿਸੇ ਵਿਰਲੇ ਨੇ ਹੀ ਜਾਣੀ ਹੈ, ਵਿਰਲੇ ਨਹੀਂ ਜਾਣੀ ਹੈ। ਫਿਰ ਸਾ ਵੇਲਾ ਸੋ ਮੂਰਤ ਸਾ ਘੜੀ ਸੋ ਮਹਤ ਸਫਲ ਹੈ ਮੇਰੀ ਜਿੰਦੜੀਏ ਜਿਤ ਹਰ ਮੇਰਾ ਚਿੱਤ ਆਵੇ ਰਾਮ। ਜਦੋਂ ਉਹ ਚਿੱਤ ਦੇ ਵਿੱਚ ਆ ਕੇ ਵਸ ਗਿਆ, ਲਗਾਤਾਰ ਨਾਮ ਦਾ ਅਭਿਆਸ ਹੋ ਰਿਹਾ ਹੈ, ਅਵਸਥਾ ਉੱਚੀ ਹੋ ਗਈ ਹੈ, ਨਾਮ ਦ੍ਰਿੜ ਹੋ ਗਿਆ, ਤਾਂ ਉਹ ਅੰਮ੍ਰਿਤ ਵੇਲਾ ਹੈ। ਜਨ ਨਾਨਕ ਨਾਮ ਧਿਆਇਆ ਮੇਰੀ ਜਿੰਦੜੀਏ ਜਮ ਕੰਕਰ ਨੇੜ ਨਾ ਆਵੇ ਰਾਮ। ਆ ਕੰਡੀਸ਼ਨ ਪੂਰੀ ਕਰਦਾ ਜੀ ਵੇਲਾ ਸਵੇਰ ਦਾ। ਮੈਂ ਫੇਰ ਦੁਬਾਰਾ ਪੜ੍ਹਦਾ। ਸਾ ਵੇਲਾ ਸੋ ਮੂਰਤ ਸਾ ਘੜੀ ਸੋ ਮਹਤ ਸਫਲ ਹੈ ਮੇਰੀ ਜਿੰਦੜੀਏ ਜਿਤ ਹਰ ਮੇਰਾ ਚਿੱਤ ਆਵੇ ਰਾਮ। ਚਿੱਤ ਦੇ ਵਿੱਚ ਆ ਕੇ ਵਸ ਜਾਏ। ਜਨ ਨਾਨਕ ਨਾਮ ਧਿਆਇਆ, ਜਦੋਂ ਧਿਆਉਣ ਦੀ ਅਵਸਥਾ ਆ ਗਈ, ਧੁਨ ਮੈਂ ਧਿਆਨ, ਧਿਆਨ ਮੈਂ ਜਾਣਿਆ। ਜਨ ਨਾਨਕ ਨਾਮ ਧਿਆਇਆ ਮੇਰੀ ਜਿੰਦੜੀਏ ਜਮ ਕੰਕਰ ਨੇੜ ਨਾ ਆਵੇ ਰਾਮ। ਆਤਮਕ ਅਵਸਥਾ ਜਿਹੜੀ ਹੈ ਸਦਾ ਸਦਾ ਵਾਸਤੇ ਥਿਰ ਹੋ ਜਾਏ, ਉਹ ਹੈ ਅੰਮ੍ਰਿਤ ਵੇਲਾ। ਟਾਈਮ ਅੰਮ੍ਰਿਤ ਵੇਲਾ ਨਹੀਂ ਹੈ। ਟਾਈਮ ਤੇ ਸਾਰੇ ਇੱਕੋ ਜਿਹੇ ਹੈ। ਅਮਰੀਕਾ 'ਚ ਬੈਠੇ ਹੋਰ ਟਾਈਮ ਚੱਲ ਰਿਹਾ ਹੈ, ਇੰਗਲੈਂਡ 'ਚ ਬੈਠੇ ਹੋਰ ਟਾਈਮ ਚੱਲ ਰਿਹਾ ਹੈ, ਔਰ ਵੈਸਟਰਨ ਵਰਲਡ ਦਾ ਤੁਹਾਨੂੰ ਦੱਸਾਂ ਬਈ ਇੱਥੇ ਸ਼ਿਫਟ ਵਰਕ ਹੁੰਦਾ। ਲੋਕ ਰਾਤਾਂ ਨੂੰ ਵੀ ਕੰਮ ਕਰਦੇ ਆ। ਜਿਹੜਾ ਕੋਈ 10 ਤੋਂ ਲੈ ਕੇ ਸਵੇਰੇ 4 ਤੱਕ 5 ਤੱਕ ਕੰਮ ਕਰ ਰਿਹਾ, ਉਹਦਾ ਫਿਰ ਅੰਮ੍ਰਿਤ ਵੇਲਾ ਤੇ ਕੰਮ ਤੇ ਲੰਘ ਗਿਆ। ਉਹ ਕਿੱਦਾਂ ਅੰਮ੍ਰਿਤ ਵੇਲਾ ਕਰੂ ਆਪਣਾ? ਇਹ ਅਵਸਥਾ ਹੈ। ਨਾਮ ਜਪਦਿਆਂ ਜਪਦਿਆਂ ਅਵਸਥਾ ਉੱਚੀ ਹੁੰਦੀ ਹੈ, ਨਾਮ ਦ੍ਰਿੜ ਹੋ ਜਾਂਦਾ ਹੈ ਤੇ ਉਹ ਅੰਮ੍ਰਿਤ ਵੇਲਾ ਬਣ ਜਾਂਦਾ ਹੈ। ਜਦੋਂ ਲਗਾਤਾਰ ਅਭਿਆਸੀ ਰਸਨਾ ਨਾਲ ਵੀ ਬੋਲੇ ਤੇ ਉਹਨੂੰ ਬ੍ਰਹਮੰਡੀ ਧੁਨੀ ਵੀ ਸੁਣਦੀ ਰਵੇ। ਇੱਕ ਮੁਕਾਮ ਤੇ ਪਹੁੰਚਿਆ, ਇੱਕ ਫਾਈਨਲ ਡੈਸਟੀਨੇਸ਼ਨ ਉਹਦੀ ਆਏਗੀ, ਉਹ ਅੰਮ੍ਰਿਤ ਵੇਲਾ ਹੈ। ਭਾਵੇਂ ਉਹਨੂੰ ਦਸਮ ਦੁਆਰ ਦਾ ਖੁੱਲਣਾ ਕਹਿ ਲਓ, ਭਾਵੇਂ ਉਹਨੂੰ ਆਨੰਦ ਦੀ ਅਵਸਥਾ ਕਹਿ ਲਓ, ਭਾਵੇਂ ਉਹਨੂੰ ਕਰਮਖੰਡ ਦੀ ਅਵਸਥਾ ਕਹਿ ਲਓ, ਭਾਵੇਂ ਉਹਨੂੰ ਤੁਰਿਆ ਅਵਸਥਾ ਕਹਿ ਲਓ। ਇਹ ਸਟੇਟ ਆਫ ਮਾਈਂਡ ਹੈ। ਦੁਨਿਆਵੀ ਟਾਈਮ ਅੰਮ੍ਰਿਤ ਵੇਲਾ ਨਹੀਂ ਹੈ। ਇੱਥੇ ਤੇ ਮਾਇਆ ਦਾ ਹੀ ਪ੍ਰਕੋਪ ਹੈ। ਜਨਮ 'ਚ ਅਸੀਂ ਆਏ ਹਾਂ, ਮਾਇਆ ਦੇ ਵਿੱਚ ਅਸੀਂ ਫਸੇ ਪਏ ਹਾਂ, ਤੇ ਉਸੇ ਟਾਈਮ ਨੂੰ ਅਸੀਂ ਚਲਦੇ ਚਲਦੇ 24 ਘੰਟੇ ਦੇ ਵਿੱਚ 2 ਘੰਟੇ ਕਿੱਦਾਂ ਕਹਿ ਸਕਦੇ ਹਾਂ ਅੰਮ੍ਰਿਤ ਵੇਲਾ? ਮੇਰੀ ਭਾਵਨਾ ਨੂੰ ਸਮਝਣਾ। ਜੇ ਕਿਸੇ ਦੇ ਮਨ ਨੂੰ ਠੇਸ ਲੱਗੀ ਹੈ, ਮੈਂ ਖਿਮਾ ਮੰਗਦਾ, ਲੇਕਿਨ ਮੈਂ ਜਿਹੜੀ ਗੱਲ ਕਰ ਰਿਹਾ ਉਹ ਬਾਣੀ ਦੇ ਅਕੋਰਡਿੰਗਲੀ ਕਰ ਰਿਹਾ ਕਿ ਜਦੋਂ ਨਾਮ ਅਭਿਆਸੀ ਦੀ ਅਵਸਥਾ ਉੱਚੀ ਹੋ ਜਾਏ, ਜਦੋਂ ਉਹ ਨਾਮ ਲਗਾਤਾਰ ਨਾਮ ਦੇ ਵਿੱਚ ਗੜੂੰਦ ਹੋ ਜਾਏ ਉਹਦੀ ਸੁਰਤ, ਔਰ ਉਹ ਨਾਮ ਨੂੰ ਸੁਣੇ, ਉਹ ਅੰਮ੍ਰਿਤ ਵੇਲਾ ਭਾਈ। ਜਿਹਦੀ ਆਨੰਦ ਦੀ ਅਵਸਥਾ ਆਈ, ਉਹ ਅੰਮ੍ਰਿਤ ਵੇਲਾ। ਕਰਮਖੰਡ ਦੇ ਝਲਕਾਰੇ ਵੱਜੇ, ਉਹ ਅੰਮ੍ਰਿਤ ਵੇਲਾ ਹੈ। ਤੁਰਿਆ ਅਵਸਥਾ, ਉਹ ਅੰਮ੍ਰਿਤ ਵੇਲਾ ਹੈ। ਟਾਈਮ ਅੰਮ੍ਰਿਤ ਵੇਲਾ ਨਹੀਂ ਹੈ। ਟਾਈਮ ਤੇ ਕਾਲ ਹੈ। ਕਿਸੇ ਵੀ ਵੇਲੇ ਕਿਸੇ ਦਾ ਵੀ ਕਾਲ ਆ ਸਕਦਾ। ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ। ਵਾਹਿਗੁਰੂ ਵਾਹਿਗੁਰੂ। ਸੋ ਅੰਮ੍ਰਿਤ ਵੇਲਾ ਉਹ ਵੇਲਾ ਹੈ ਜਦੋਂ ਨਾਮ ਅਭਿਆਸੀ ਮਾਇਆ ਦੇ ਨਾਲੋਂ
टोटली डिटैच्ड है, टोटली अलग है। द्वैत खत्म करता जिन्हें, ਉਹੀ ਅਕਾਲ ਪੁਰਖ ਦੀ ਮੌਜੂਦਗੀ ਨੂੰ ਮਹਿਸੂਸ ਕਰ ਸਕਦਾ ਹੈ, ਮਾਣ ਸਕਦਾ ਹੈ। ਇਸੇ ਕਰਕੇ ਕਿਹਾ, ਆ ਹੁਣ ਆ ਲਾਈਨ ਪੜੋ, ਨਾਨਕ ਜਿਤ ਵੇਲਾ ਵਿਸਰੈ ਮੇਰਾ ਸੁਆਮੀ, ਤਿਤ ਵੇਲੇ ਮਰ ਜਾਏ ਜੀਓ ਮੇਰਾ। ਗੁਣ ਗਾਵਾਂ ਨਿਤ ਨਿਤ ਸਦ ਹਰ ਕੇ, ਮਨ ਜੀਵੈ ਨਾਮ ਸੁਣ ਤੇਰਾ। ਨਾਮ ਦਾ ਸੁਣਨਾ, ਆਨੰਦ ਦੀ ਅਵਸਥਾ, ਕਰਮਖੰਡ ਤੁਰਿਆ ਅਵਸਥਾ, ਦਸਮ ਦੁਆਰ ਦਾ ਖੁੱਲਣਾ, ਉਸ ਅਵਸਥਾ ਤੇ ਜਾ ਕੇ ਅੰਮ੍ਰਿਤ ਵੇਲਾ ਬਣਦਾ ਹੈ। ਔਰ ਉਹ ਫਿਰ ਟੁੱਟਦਾ ਨਹੀਂ ਹੈ, ਟੁੱਟਦਾ ਨਹੀਂ ਹੈ। ਜੇ ਸੱਚਾ ਹੈ, ਸਦਾ ਰਹਿਣ ਵਾਲਾ ਹੈ, ਜੇ ਉਹਦਾ ਨਾਮ ਸਦਾ ਰਹਿਣ ਵਾਲਾ ਹੈ, ਤੇ ਅੰਮ੍ਰਿਤ ਵੇਲਾ ਵੀ ਤੇ ਸਦਾ ਰਹੇਗਾ। ਅੰਮ੍ਰਿਤ ਵੇਲਾ ਕਿੱਦਾਂ 2 ਘੰਟੇ ਦਾ ਰਹੇਗਾ ਜਾਂ 3 ਘੰਟੇ ਦਾ ਰਹੇਗਾ? ਸਦਾ ਰਹੇਗਾ ਜਦੋਂ ਅਭਿਆਸੀ ਉਸ ਤੁਰਿਆ ਅਵਸਥਾ ਦੇ ਵਿੱਚ ਖੇਲੇਗਾ। ਹਰ ਵੇਖਣ ਕੋ ਸਭ ਕੋਈ ਲੋਚੈ, ਸੋ ਵੇਖੈ ਜਿਸ ਆਪ ਵਿਖਾਲੇ। ਕਿੱਦਾਂ ਵਿਖਾਲੇਗਾ ਉਹ? ਕਿੱਦਾਂ ਦੇਖੀਏ ਪਰਮਾਤਮਾ ਨੂੰ? ਅਗਲੀ ਲਾਈਨ ਹੀ ਪੜੋ। ਮੈਂ ਕਹਿੰਦਾ ਵੀ ਇੰਨੀ ਬਖਸ਼ਿਸ਼ ਕੀਤੀ ਪਰਮਾਤਮਾ ਸੱਚੇ ਪਾਤਸ਼ਾਹ ਨੇ, ਇਹ ਬ੍ਰਹਮ ਗਿਆਨ ਦੀ ਸੋਝੀ ਬਖਸ਼ ਕੇ ਕਿਰਪਾ ਕਰਕੇ ਸਾਡੇ ਤੇ। ਹਰ ਵੇਖਣ ਕੋ ਸਭ ਕੋਈ ਲੋਚੈ, ਸੋ ਵੇਖੈ ਜਿਸ ਆਪ ਵਿਖਾਲੇ। ਕੀ ਵਿਖਾਲੇਗਾ ਉਹ? ਜਿਸ ਨੂੰ ਨਦਰ ਕਰੇ ਮੇਰਾ ਪਿਆਰਾ, ਸੋ ਹਰ ਹਰ ਸਦਾ ਸੰਭਾਲੇ। ਉਹ ਨਾਮ ਦੇ ਵਿੱਚ ਗਣੂੰਦਿਆ ਜਾਏਗਾ ਅਭਿਆਸੀ, ਉਥੋਂ ਬਾਹਰ ਹੀ ਨਹੀਂ ਆਏਗਾ। ਹੋਰ ਕਾਹਦੇ ਦਰਸ਼ਨ ਹੋਣੇ? ਇਹ ਅਵਸਥਾ ਦੇ ਨਾਲ ਰਿਲੇਟਡ ਹੈ, ਸਾਰਾ ਸਟੇਟ ਆਫ ਮਾਈਂਡ ਹੈ। ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ। ਅੱਗੇ ਚਲੀਏ। ਕਰਮੀ ਆਵੈ ਕੱਪੜਾ, ਨਦਰੀ ਮੋਖ ਦੁਆਰ। ਹੁਣ ਆਪਾਂ 4 ਪਦਾਰਥਾਂ ਦੀ ਗੱਲ ਕਰਦੇ ਆ ਰਹੇ ਹਾਂ। ਜਨਮ ਪਦਾਰਥ, ਜਨਮ ਪਦਾਰਥ ਦੇਤਾ ਅਕਾਲ ਪੁਰਖ ਨੇ। ਗਿਆਨ ਪਦਾਰਥ, ਜਨਮ ਪਦਾਰਥ ਦੇ ਕੇ ਸਰੀਰ ਦੇ ਵਿੱਚ ਸਭ ਤੋਂ ਟੀਸੀ ਤੇ ਸਿਰ ਦੇ ਵਿੱਚ ਇੱਕ ਸੋਹਣਾ ਸੁੰਦਰ ਦਿਮਾਗ ਜਿਹੜਾ ਸਾਨੂੰ ਵਿਚਾਰ ਦਿੰਦਾ ਹੈ, ਚੰਗੇ ਮੰਦੇ ਦੀ ਸੋਝੀ ਦਿੰਦਾ ਹੈ, ਉਹ ਰੱਖਿਆ ਗਿਆਨ ਲੈਣ ਵਾਸਤੇ। ਜਨਮ ਪਦਾਰਥ, ਫਿਰ ਗਿਆਨ ਪਦਾਰਥ। ਹੁਣ ਕਰਮੀ ਆਵੇ ਕੱਪੜਾ, ਉਸ ਅਕਾਲ ਪੁਰਖ ਦੀ ਰਹਿਮਤ ਨਾਲ ਹੀ ਇਹ ਜਨਮ ਪਦਾਰਥ ਮਿਲਿਆ। ਕਰਮੀ ਆਵੇ ਕੱਪੜਾ, ਮਨੁੱਖਾ ਜੀਵਨ। ਮਨੁੱਖਾ ਜੀਵਨ ਤੇ ਉਸ ਦੀ ਨਦਰ ਨਾਲ ਹੀ ਮੁਕਤ ਪਦਾਰਥ ਮਿਲੇਗਾ। ਕਰਮੀ ਆਵੇ ਕੱਪੜਾ, ਨਦਰੀ ਮੋਖ ਦੁਆਰ। ਉਸ ਦੀ ਰਹਿਮਤ ਦੇ ਨਾਲ ਹੀ ਇਹ ਜਨਮ ਪਦਾਰਥ ਮਿਲਿਆ ਹੈ, ਔਰ ਉਸ ਦੀ ਨਜ਼ਰ ਦੇ ਨਾਲ ਹੀ ਮੁਕਤ ਪਦਾਰਥ ਵੀ ਮਿਲੇਗਾ। ਪਰ ਮਿਲੇਗਾ ਕਿੱਦਾਂ? ਅਸੀਂ ਕੀ ਕਰਦੇ ਆ? ਸਾਡੇ ਕੋਲ ਤਾਂ ਸਮਾਂ ਹੀ ਹੈ ਨਹੀਂ ਇਸ ਚੀਜ਼ ਵਾਸਤੇ। ਚਿਤਵਤ ਪਾਪ ਨਾ ਆਲਕ ਆਵੇ। ਬੜਾ ਵਿਚਾਰ ਸਾਡੇ ਅੰਦਰ, ਮਾੜੇ ਵਿਚਾਰ ਚੱਲਦੇ ਆ, ਸਾਨੂੰ ਕੋਈ ਆਲਸ ਨਹੀਂ ਆਉਂਦਾ। ਆਲਸ ਸਾਨੂੰ ਨਾਮ ਅਭਿਆਸ ਕਰਨ ਲੱਗਿਆ ਆਉਂਦਾ, ਬਾਣੀ ਪੜਨ ਲੱਗਿਆ ਆਉਂਦਾ। ਚਿਤਵਤ ਪਾਪ ਨਾ ਆਲਕ ਆਵੇ, ਬੇਸਵਾ ਭਜਤ ਕਿਛ ਨਹਿ ਸ਼ਰਮਾਵੇ। ਵੇਸਵਾ ਦੇ ਦੁਆਰੇ ਜਾਣ ਤੋਂ ਵੀ ਰੱਤਾ ਵੀ ਸ਼ਰਮ ਨਹੀਂ ਕਰਦਾ। ਸਾਰੋ ਦਿਨਸ ਮਜ਼ਦੂਰੀ ਕਰੈ,
ਹਰ ਸਿਮਰਨ ਕੀ ਵੇਲਾ ਬੱਜਰ ਸਿਰ ਪਰ ਹੈ। ਜਦੋਂ ਨਾਮ ਜਪਣ ਦਾ ਵੇਲਾ, ਜਦੋਂ ਇਹਨੂੰ ਕਹੀਏ ਵੀ ਨਾਮ ਅਭਿਆਸ ਕਰ ਲਾ, ਉਦੋਂ ਇਹਦੇ ਸਿਰ ਤੇ ਬਿਜਲੀ ਡਿੱਗ ਜਾਂਦੀ ਆ। ਕਹਿੰਦਾ ਮੈਂ ਤੇ ਮਰ ਗਿਆ, ਮੇਰਾ ਤੇ ਸਰੀਰ ਬੜਾ ਦੁਖਦਾ, ਮੈਂ ਤੇ ਸੌਣਾ ਵਾਂ, ਮੈਂ ਕੰਮ ਕਰਕੇ ਆਇਆ, ਦਿਹਾੜੀ ਲਾ ਕੇ ਆਇਆ, ਮੈਂ ਤੇ ਹੁਣ ਆਰਾਮ ਕਰਨਾ। ਇਹ ਹੈ ਮਾਇਆ ਲਗ ਭੂਲੋ ਸੰਸਾਰ, ਆਪ ਭੁਲਾਇਆ ਭੁਲਾਵਣ ਹਾਰੈ, ਰਾਚ ਰਹਿਆ ਬਿਰਥਾ ਵਿਵਹਾਰ। ਉਹ ਜੇ ਮਿਹਨਤ ਹੀ ਨਹੀਂ ਕਰੋਗੇ ਤੇ ਫਿਰ ਸਾਰਾ ਦੋਸ਼ ਅਕਾਲ ਪੁਰਖ ਨੂੰ ਥੋੜਾ ਦੇ ਸਕਦੇ ਆ ਵੀ ਆਪ ਭੁਲਾਇਆ। ਨਹੀਂ, ਜੈਸੀ ਭੂਖ ਤੈਸੀ ਕਾ ਪੂਰਕ। ਜਿੱਦਾਂ ਦਾ ਤੁਹਾਡਾ ਟੇਸਟ ਬਣੂਗਾ, ਤੁਹਾਡੀ ਬਿਰਤੀ ਉਦਾਂ ਦੀ ਬਣ ਜੂਗੀ। ਇਹ ਮਿਹਨਤ ਕਰਨੀ ਪੈਣੀ ਹੈ, ਇਹ ਲੱਗਣਾ ਪੈਣਾ ਹੈ, ਨਾਮ ਨੂੰ ਜੁਟਣਾ ਪੈਣਾ ਹੈ, ਬਾਣੀ ਦਾ ਗਿਆਨ ਹਾਸਲ ਕਰਨਾ ਪੈਣਾ ਹੈ। ਪੇਖਤ ਮਾਇਆ ਰੰਗ ਬਿਹਾਏ, ਗੜਬੜ ਕਰੈ ਕੌਡੀ ਰੰਗ ਲਾਏ। ਟੁੱਚੀ ਜੀ ਮਾਇਆ ਚ ਪਿਆਰ ਪਾ ਕੇ ਹੇਰਾ ਫੇਰੀਆਂ ਕਰਦਾ, ਗੜਬੜਾਂ ਕਰਦਾ, ਅੰਧ ਵਿਵਹਾਰ ਬੰਦ ਮਨ ਧਾਵੈ, ਕਰਨੈ ਹਾਰ ਨਾ ਜੀ ਮੈਂ ਆਵੈ। ਰੱਬ ਦਾ ਤੇ ਖਿਆਲ ਹੀ ਹੈ ਨਹੀਂ। ਕਰਤ ਕਰਤ ਇਵ ਹੀ ਦੁਖ ਪਾਇਆ, ਪੂਰਨ ਹੋਤ ਨ ਕਾਰਜ ਮਾਇਆ। ਕਾਮ ਕ੍ਰੋਧ ਲੋਭ ਮਨ ਲੀਨਾ, ਤੜਫ ਮੁਆ ਜਿਉ ਜਲ ਬਿਨ ਮੀਨਾ। ਜਿਸਕੇ ਰਾਖੇ ਹੋਏ ਹਰ ਆਪ, ਹਰ ਹਰ ਨਾਮ ਸਦਾ ਜਪ ਜਾਪ। ਸਾਧ ਸੰਗ ਹਰ ਕੇ ਗੁਣ ਗਾਇਆ, ਨਾਨਕ ਸੱਤੇ ਗੁਰ ਪੂਰਾ ਪਾਇਆ। ਇੱਕੋ ਇੱਕ ਕੰਡੀਸ਼ਨ ਹੈ ਉਹਦੀ, ਨਾਮ ਦਾ ਅਭਿਆਸ ਕਰਨਾ ਪਏਗਾ, ਨਾਮ ਜਪਣਾ ਪਏਗਾ। ਉਸ ਤੋਂ ਬਿਨਾਂ ਜੋ ਮਰਜ਼ੀ ਕਰ ਲੋ, ਅਵਰ ਨਿਰਾਫਲ ਕਾਮਾ, ਹੋਰ ਕਿਸੇ ਕੰਮ ਨੂੰ ਫਲ ਨਹੀਂ ਲੱਗ ਸਕਦਾ। ਇਹ ਜਨਮ ਪਦਾਰਥ ਉਹਦੀ ਬਖਸ਼ਿਸ਼ ਦੇ ਨਾਲ ਮਿਲਿਆ, ਰਹਿਮਤ ਦੇ ਨਾਲ ਮਿਲਿਆ। ਔਰ ਚੌਥਾ ਜਿਹੜਾ ਪਦਾਰਥ ਹੈ, ਮੁਕਤ ਪਦਾਰਥ, ਇਹ ਵੀ ਉਹਦੀ ਨਦਰ ਦੇ ਨਾਲ ਮਿਲਣਾ ਹੈ। ਇਸ ਕਰਕੇ ਅੰਮ੍ਰਿਤ ਵੇਲਾ ਇੱਕ ਅਵਸਥਾ ਹੈ ਜਿਹੜੀ ਆਏਗੀ, ਜਿਉਂ ਜਿਉਂ ਰਾਮ ਕਹੇ ਜਨ ਉੱਚੇ, ਮੁੜ ਕੇ ਕਦੇ ਉਹ ਅਵਸਥਾ ਜਾਏਗੀ ਨਹੀਂ। ਦੈਟ ਇਜ਼ ਕਾਲਡ ਅੰਮ੍ਰਿਤ ਵੇਲਾ। ਹੁਣ ਇਹਦਾ ਕਨਕਲੂਜਨ ਕੱਢਣਾ ਦੇਖਿਓ ਕਿੱਡੀ ਤਰਤੀਬ ਹੈ ਬਾਣੀ ਦੀ। ਕਹਿੰਦੇ ਨਾਨਕ ਏਵੈ ਜਾਣੀਐ ਸਭ ਆਪੇ ਸਚਿਆਰ। ਨਾਨਕ ਜੋਤ ਨੂੰ ਜਿਹੜਾ ਗਿਆਨ ਆਇਆ, ਉਹ ਕਹਿੰਦਾ ਮੰਨ ਲਓ ਵਾਹਿਗੁਰੂ ਆਪਣੇ ਆਪ 'ਚ ਸਭ ਕੁਝ ਹੈ। ਮੰਨ ਲਓ, ਮੰਨਣਾ ਪਏਗਾ। ਉਸ ਪਾਵਰ ਨੂੰ ਕੋਈ ਰਿਵੋਕ ਨਹੀਂ ਕਰ ਸਕਦਾ, ਉਹਨੂੰ ਕੋਈ ਇੰਟਰਪਟ ਨਹੀਂ ਕਰ ਸਕਦਾ, ਉਹਦੇ ਆਰਡੀਨੈਂਸ ਨੂੰ ਕੋਈ ਚੇਂਜ ਨਹੀਂ ਕਰ ਸਕਦਾ। ਕਿਉਂਕਿ ਸਚਿਆਰ ਲਫ਼ਜ਼ ਇੱਥੇ ਅਕਾਲ ਪੁਰਖ ਵਾਸਤੇ ਹੈ, ਸੈ ਭੰਗ ਰੱਬ ਵਾਸਤੇ ਹੈ। ਇਸ ਤਰ੍ਹਾਂ ਹੀ ਮੰਨਣਾ ਪਏਗਾ। ਸਭ ਆਪੇ ਸਚਿਆਰ, ਇਹ ਕਰਤੇ ਪੁਰਖ ਦੀ ਖੇਡ ਹੈ, ਇਹਨੂੰ ਕੋਈ ਨਹੀਂ ਬਦਲ ਸਕਦਾ, ਕੋਈ ਇਹਦੇ ਤੇ ਕੁਐਸਚਨ ਨਹੀਂ ਕਰ ਸਕਦਾ, ਕੋਈ ਇਹਨੂੰ ਚੇਂਜ ਨਹੀਂ ਕਰ ਸਕਦਾ, ਕੋਈ ਤਬਦੀਲੀ ਨਹੀਂ ਆ ਸਕਦੀ ਇਹਦੇ 'ਚ। ਉਸ ਅਕਾਲ ਪੁਰਖ ਦੀ ਰਹਿਮਤ ਬਖਸ਼ਿਸ਼ ਤੋਂ ਬਿਨਾਂ ਹਾਂ ਮੇਰੀ ਬੰਦੀ ਭਗਤ ਛਡਾਵੈ, ਹਾਂ ਉਹ ਅਭਿਆਸੀ ਹੈ ਜਿਹਦੀ ਅਵਸਥਾ ਜੋ ਇੱਕ ਮਿਕ ਹੋ ਗਿਆ ਉਸ ਅਕਾਲ ਪੁਰਖ ਦੇ ਨਾਲ, ਉਹਦਾ ਰੂਪ ਹੋ ਚੁੱਕਾ। ਹਾਂ ਬਿਲਕੁਲ, ਕਿਉਂਕਿ ਉਹ ਅਕਾਲ ਪੁਰਖ ਦਾ ਰੂਪ ਹੈ। ਨਾਮ ਹੀ ਅੰਮ੍ਰਿਤ ਹੈ, ਸਦਾ ਵਾਸਤੇ ਹੈ। ਸੱਤੇ ਨਾਮ ਇਸੇ ਕਰਕੇ ਉਹਨੂੰ ਕਿਹਾ ਅੰਮ੍ਰਿਤ। ਔਰ ਇਹੀ ਅਭਿਆਸੀ ਦੀ ਫਾਈਨਲ ਡੈਸਟੀਨੇਸ਼ਨ ਹੈ। ਇਹੀ ਅਭਿਆਸੀ ਦੀ ਫਾਈਨਲ ਡੈਸਟੀਨੇਸ਼ਨ ਹੈ। ਆਨੰਦ ਦੀ ਅਵਸਥਾ ਨੂੰ ਪ੍ਰਾਪਤ ਹੋਈਏ, ਤੁਰੀ ਅਵਸਥਾ ਨੂੰ ਜਾਣੀਏ, ਦਸਮ ਦਵਾਰ ਨੂੰ ਜਾਣੀਏ, ਕਰਮ ਖੰਡ ਦੀ ਖੋਜ ਕਰੀਏ। ਇਹ ਹੀ ਅਭਿਆਸੀ ਦੀ ਫਾਈਨਲ ਡੈਸਟੀਨੇਸ਼ਨ ਹੈ।
ਜਨਮ ਪਦਾਰਥ ਪਾਏ ਨਾਮ ਧਿਆਇਆ। ਗੁਰ ਪ੍ਰਸਾਦੀ ਬੁੱਝ ਸੱਚ ਸਮਾਇਆ। ਇਹ ਜਨਮ ਪਦਾਰਥ ਮਿਲਿਆ ਹੀ ਨਾਮ ਜਪਣ ਵਾਸਤੇ। ਮੰਨ ਲਓ, ਮੰਨ ਲਓ, ਮੰਨ ਲਓ। ਜਿਨ ਧੁਰ ਲਿਖਿਆ ਲੇਖ ਤਿਨੀ ਨਾਮ ਕਮਾਇਆ। ਕਈਆਂ ਤੇ ਧੁਰੋਂ ਹੀ ਕਿਰਪਾ ਹੁੰਦੀ ਹੈ। ਕਈਆਂ ਦਾ ਪਤਾ ਹੀ ਨਹੀਂ ਲੱਗਦਾ ਕਿ 4-4 ਸਾਲ ਦੀ ਉਮਰ 'ਚ ਵਾਹਿਗੁਰੂ ਵਾਹਿਗੁਰੂ ਕਰਨਾ ਸ਼ੁਰੂ ਕਰ ਦਿੰਦੇ। ਐਸਾ ਉਹਨਾਂ ਨੂੰ ਸਵਾਦ ਪੈਂਦਾ ਰਸਨਾ ਤੇ ਤਾਂ ਉਮਰ ਤੱਕ ਉਹ ਭਗਤੀ 'ਚ ਗੜੂੰਦ ਰਹਿੰਦੇ ਆ। ਤੇ ਫਿਰ ਹੁੰਦਾ ਕੀ ਉਹਨਾਂ ਨੂੰ? ਫਿਰ ਦੁਬਾਰਾ ਸੁਣਿਓ। ਜਨਮ ਪਦਾਰਥ ਪਾਏ ਨਾਮ ਧਿਆਇਆ। ਗੁਰ ਪ੍ਰਸਾਦੀ ਬੁੱਝ ਸੱਚ ਸਮਾਇਆ। ਜਿਨ ਧੁਰ ਲਿਖਿਆ ਲੇਖ ਤਿਨੀ ਨਾਮ ਕਮਾਇਆ। ਦਰ ਸੱਚੈ ਸਚਿਆਰ ਮਹਿਲੇ ਬੁਲਾਇਆ। ਉਹ ਦਰ ਤੇ ਸੁਰਖਰੂ ਹੁੰਦੇ ਐ, ਪਰਮਾਤਮਾ ਦੀ ਹਜ਼ੂਰੀ ਚ ਆ ਖੜਦੇ ਐ। ਕੌਣ? ਕੌਣ? ਅੰਤਰੇ ਨਾਮ ਨਿਧਾਨ ਗੁਰਮੁਖੇ ਪਾਈਐ। ਅਨਦਿਨ ਨਾਮ ਧਿਆਏ ਹਰ ਗੁਣ ਗਾਈਐ। ਆ ਨਾ ਭੁੱਲਿਓ। ਅੰਤਰ ਵਸਤ ਅਨੇਕ ਮਨਮੁਖ ਨਹੀਂ ਪਾਈਐ। ਹਉਮੈ ਗਰਭੈ ਗਰਭ ਆਪ ਖੁਆਈਐ। ਨਾਨਕ ਆਪੇ ਆਪ ਖੁਆਈਐ। ਗੁਰਮਤਿ ਮਨ ਪ੍ਰਗਾਸ ਸੱਚਾ ਪਾਈਐ। ਗੁਰੂ ਦੀ ਮੱਤ ਤੇ ਤੁਰਿਆਂ ਹੀ ਅੰਦਰ ਪ੍ਰਕਾਸ਼ ਹੋਏਗਾ। ਉਹ ਸੱਚੇ ਅਪਾਰ ਅਕਾਲ ਪੁਰਖ ਨੂੰ ਮਿਲਣਾ, ਗੁਰਮਤ ਦੇ ਰਸਤੇ ਤੇ ਚੱਲਣਾ ਹੀ ਪੈਣਾ ਹੈ। ਹੋਰ ਕੋਈ ਰਾਸਤਾ ਹੀ ਨਹੀਂ ਹੈ। ਜਨਮ ਪਦਾਰਥ ਮਿਲਿਆ ਹੀ ਨਾਮ ਦੀ ਕਮਾਈ ਕਰਨ ਵਾਸਤੇ ਹੈ। ਨਾਨਕ ਏਵੇਂ ਜਾਣੀਐ ਸਭ ਆਪੇ ਸਚਿਆਰ। ਇਹ ਮੰਨਣਾ ਪੈਣਾ ਸਾਨੂੰ, ਏਦਾਂ ਹੀ ਮੰਨਣਾ ਪੈਣਾ, ਹੋਰ ਕੋਈ ਰਸਤਾ ਹੀ ਨਹੀਂ ਹੈ। ਅਕਾਲ ਪੁਰਖ ਆਪਣੇ ਆਪ 'ਚ ਸਭ ਕੁਝ ਹੈ, ਸਹਿ ਭੰਗ ਹੈ। ਉਹਦੀ ਪਾਵਰ ਨੂੰ ਕੋਈ ਚੈਲੰਜ ਨਹੀਂ ਕਰ ਸਕਦਾ। ਉਹਦੇ ਆਰਡੀਨੈਂਸ ਨੂੰ, ਉਹਦੇ ਹੁਕਮ ਨੂੰ ਕੋਈ ਤਬਦੀਲ ਨਹੀਂ ਕਰ ਸਕਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦੀ ਬੈਠਕ ਆਪਾਂ ਇੱਥੇ ਸਮਾਪਤ ਕਰਦੇ ਹਾਂ।